देश भर दे विच अज 4 घंटे दे लई चक्का जाम है। 1 घंटा हो गया आ। तस्वीरां तुहानू फगवाड़े दे शुगर मिल चौक दियां दिखा रहे हैं कि जिथे किसानां ने अपना इतिहासक इकट्ठ कर लिया है। इतिहासक इकट्ठ इसलिए कह रहे हैं क्योंकि छोटे बच्चे तो लैके बुजुर्ग तक इस धरने दे विच आप आ रहे ने। कोई लीडर ਜਾਂ फिर किसी लीडर ने गड्डियां नहीं ना घरां दे विच भेजियां कि तुसीं इत्थे इकट्ठ दे विच आओ। तां तुसीं देखो कि इकट्ठ इन्हां किसानां ने मल्लो मल्ली अपने आप होया है। ये कोई इकट्ठ किसी होर ने नहीं बल्कि ये अपने आप मुहारे चल के लोग इत्थे पहुंचे ने। तुहानू इस फगवाड़े दीयां तस्वीरां दिखाउण दी कोशिश करदे हां कि किस तरीके दे नाल किसान अपने हक्कां दे लई सड़कां दे उपर उतरिया आ। चक्का जाम करके पूरे मुकम्मल भारत नूं अज 4 घंटे दे लई बंद कीता होया आ। तां तुसीं देखो कि एक पासे बुजुर्ग बैठे ने, बच्चे बैठे ने, नौजवान बैठे ने। ये सिर्फ ते सिर्फ अपने हक्कां दे लई बैठे ने। जो केंद्र सरकार दे वल्लों कानून बनाए गए ने उन्हां नूं रद्द कराउण दे लई सिर्फ ते सिर्फ एक किसान सड़कां दे उपर बैठे ने। कहा जा रहा है कि केंद्र सरकार दे वल्लों जो बिल जो कानून बनाए गए ने ਉਹ ਇਹਨਾਂ ਦੇ खिलाफ है, किसानी ਨੂੰ खत्म कर देणगे। ਤਾਂ ਇਸ ਲਈ ਇਹ ਸੜਕਾਂ ਦੇ ਉੱਪਰ ਬੈਠੇ ਨੇ। ਬਜ਼ੁਰਗ ਵੀ ਆਏ ਨੇ, ਗੱਲਬਾਤ ਕਰਦੇ। ਬਜ਼ੁਰਗੋ ਕਿੱਥੋਂ ਆਏ ਹੋ ਤੁਸੀਂ? ਮਲਕਪੁਰ ਤੋਂ ਹੀ ਆਏ ਜੀ ਅਸੀਂ। ਅੱਛਾ ਜੀ, ਲੱਗਦਾ ਕਿ ਦਿੱਲੀ ਦੇ ਕੰਨਾਂ ਤਾਈਂ ਆਵਾਜ਼ ਪਹੁੰਚ ਜੂਗੀ ਹੁਣ। ਦਿੱਲੀ ਤੇ ਪਹੁੰਚੀ ਨਹੀਂ ਪਹੁੰਚੇ, ਪਰਾਵਾਂ ਜ਼ਰੂਰ ਅਸੀਂ ਪਰਾਵਾਂ 26 ਤਾਰੀਖ ਨੂੰ ਜਾ ਕੇ ਦਿੱਲੀ ਨੂੰ ਘੇਰਾਂਗੇ। ਚਾਰ ਸਪੇਰਾ 26 27 ਨੂੰ ਜਾ ਰਹੇ ਹੋ ਦਿੱਲੀ ਦਾ ਘੇਰਾਂਗੇ ਜੀ ਅਸੀਂ। ਚਾਰ ਸਪੇਰਾ ਦਿੱਲੀ ਦਾ ਘੇਰਾਂਗੇ। ਦਿੱਲੀ ਨੂੰ ਦੱਸ ਦਾਂਗੇ ਵੀ ਕਿਸਾਨ ਏਕਤਾ ਕੀ ਚੀਜ਼ ਹੁੰਦੀ ਹੈ। ਹਾਂਜੀ, ਦਿੱਲੀ ਕੱਲ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਹੁਣੀ ਵੀ ਗਏ ਆ। ਲੱਗਦਾ ਕੋਈ ਉਹਨਾਂ ਦਾ ਫਾਇਦਾ ਹੋਊਗਾ ਕਿ ਜਾਂ ਸਿਆਸੀ ਰੋਟੀਆਂ ਹੀ ਨਹੀਂ ਇਹ ਸਭ? ਨਹੀਂ ਕੋਈ ਲੱਗਦਾ ਕੋਈ ਮੇਰਾ ਹੈ ਵੀ ਗੱਲ ਸਿਰੇ ਪਹੁੰਚੀ, ਥੋੜੀ ਬਹੁਤੀ ਆਸ ਆਈ ਹੈ। ਹਾਂਜੀ, ਪੂਰੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਪਹੁੰਚ ਰਹੀਆਂ ਨੇ 26 27 ਨੂੰ। 26 ਤੇ ਪੂਰੇ ਦੇਸ਼ ਦੀ ਪਹੁੰਚੀ, ਪੂਰੇ ਸੰਸਾਰ ਦੀ। ਬਜ਼ੁਰਗੋ ਤੁਹਾਡੀ ਤਾਂ ਉਮਰ ਦਾ ਵੀ ਕਾਫੀ ਤਜਰਬਾ ਆ। ਕੀ ਲੱਗਦਾ ਹੈ ਇਸ ਤਜਰਬੇ ਤੋਂ ਵੀ ਇਹ ਕਿਸਾਨੀ ਸੰਘਰਸ਼ ਪਹਿਲਾਂ ਵੀ ਕਦੀ ਇਦਾਂ ਦੇ ਹੋਏ ਨੇ ਕਿ ਜਾਂ ਇਸ ਵਾਰੀ ਨਵਾਂ ਦੇਖ ਰਹੇ ਹੋ ਕੁਛ ਇਹਨਾਂ 'ਚ? ਇੰਨਾ ਜੋ ਵਾਹਿਗੁਰੂ ਪਹਿਲਾਂ ਤੇ ਚੱਲਦੇ ਰਹੇ ਨੇ। ਪਹਿਲਾਂ ਹੋਰ ਤਰ੍ਹਾਂ ਦਾ ਸੀ, ਇਹ ਹੋਰ ਤਰ੍ਹਾਂ ਦਾ ਆ ਗਿਆ। ਪਹਿਲਾਂ ਤੇ ਫੜ ਲੈ ਕੇ ਲਾਏ ਨੇ ਪਿੰਡਾਂ 'ਚੋਂ ਵੱਡੇ ਵੱਡੇ ਸੀਨੀਅਰ ਜਿਹੜੇ ਹਨ ਉਹ ਜੇਲ੍ਹਾਂ 'ਚ ਤੋਂ ਛੱਡੇ। ਉਹਨਾਂ ਜੇਲ੍ਹ ਵਿੱਚ ਦੇ ਕੇ ਤੇ ਕਈ ਦਿਨ ਫਿਰ ਮਗਰੋਂ ਰੋਟੀਆਂ ਹਿੜ ਪਾਣੀਆਂ, ਰੋਟੀ ਨਾ ਪਾਣੀ ਤੰਗ ਕਰਨਾ ਉਹਨਾਂ ਨੂੰ। ਹੁਣ ਉਹ ਤੰਗੀ ਵਾਲੀ ਗੱਲ ਗਈ ਨਹੀਂ। ਹੁਣ ਆ ਬਾਬੇ ਨੇ ਲੰਗਰ ਲਾਇਆ, ਉੱਥੋਂ ਖਾਓ ਉੱਥੋਂ ਖਾਓ। ਇਹ ਬਾਬੇ ਦੇ ਦੇਣ। ਇਹ ਵੇਖੋ ਜੀ, ਇਹ ਜਦ ਦੀ ਦੁਨੀਆ ਬਣੀ ਹੈ ਗੁਰੂ ਨਾਨਕ ਤੋਂ ਉਦੋਂ ਤੋਂ ਹੀ ਚੱਲਦਾ ਆਇਆ। ਉਹਨਾਂ ਸਾਹਿਬ ਨੌ ਨਿਹਾਲ ਦਾ ਅਰਜ਼ ਕੀਤਾ ਉਹ ਬਾਦਸ਼ਾਹ ਦਾ, ਉਦੋਂ ਹੀ ਇਹ ਪਹਿਲੋਂ ਤੋਂ ਹੀ ਚੱਲਦੇ ਆਏ ਨੇ। ਵੇਖੋ ਹੁਣ ਇਹ ਤਾਂ ਉਸ ਭਗਵਾਨ ਨੂੰ ਪਤਾ ਹੈ। ਕਹਿੰਦੇ ਹੁੰਦੇ ਸਿਰਫ ਧਰਨੇ ਬਜ਼ਾਰੇ ਜਿਹੜੇ ਬਜ਼ੁਰਗਾਂ ਦੇ ਹੀ ਆ, ਪਰ ਦੇਖ ਕੇ ਨੌਜਵਾਨ ਵੀ ਇਸ ਵਾਰ ਬਹੁਤ ਨੇ। ਵਧੀਆ ਲੱਗਦਾ ਤੁਹਾਨੂੰ? ਵਾਹਿਗੁਰੂ ਇਹ ਤੇ ਸਭ ਤੋਂ ਵਧੀਆ। ਇੱਕ ਇਹ ਵਧੀਆ ਜਿਹੜਾ ਸਾਰੇ ਰਲ ਕੇ ਬਹਿ ਗਏ ਨੇ ਸਾਰੇ। ਹੁਣ ਕਿਹੜਾ ਆਰਤੀ ਵੀ ਸਾਰੇ ਹੋਰ ਵੀ। ਇੱਕ ਮੈਂ ਇਕੱਲਾ ਹੀ ਕੀ ਕਰਾਂਗਾ? ਇੱਕ ਪਾਰਟੀ ਅੱਗੇ ਰਹਿ ਗਈ ਏ, ਦੂਜੀਆਂ ਸਾਰੀਆਂ ਪਾਰਟੀਆਂ ਇੱਕ ਬੰਦੇ ਹੋ ਗਈਆਂ ਨੇ। ਤੇ ਉਹਨਾਂ ਕਹਿਤਾ ਵੀ ਉਹਨੂੰ ਵੀ ਆਉਣਾ ਚਾਹੀਦਾ ਬੀਜੇਪੀ ਨੂੰ ਵੀ ਦੱਸੇ ਤੇ ਸਹੀ ਤੁਹਾਨੂੰ ਗੱਲ ਕੁਝ ਹੋਰ ਹੋ। ਏਦਾਂ ਕੋ ਹੋਰ ਕਰਦੇ ਤੇ ਮੂੰਹ 'ਚ ਹੋਰ ਕੱਢੀ ਜਾਂਦੇ ਨੇ। ਏਦਾਂ ਹੀ ਹੈ ਕਿ ਜੇ ਤੁਸੀਂ ਜਾਣਦੇ ਜਾਏ ਇੱਥੇ ਹੋਰ ਕੋਈ ਕਰਦੇ ਆ ਤੇ ਇੱਥੋਂ ਹੋਰ ਕੋਈ ਕੱਢਦੇ ਨੇ। ਸਿਆਸੀ ਪਾਰਟੀਆਂ ਵੀ ਦਾਅਵਾ ਕਰਦੀਆਂ ਨੇ, ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਆ ਸਾਰੀਆਂ ਪਾਰਟੀਆਂ। ਲੱਗਦਾ ਹੈ ਕਿ ਵਾਕਈ ਸਿਆਸਤ ਦੇ ਜਿਹੜੇ ਇਹ ਦਾਅ ਪੇਚ ਖੇਡੇ ਜਾ ਰਹੇ ਕਿਸਾਨੀ ਦੇ ਹੱਕ 'ਚ ਆ ਕਿ ਜਾਂ 2022 ਦੀ ਹਾਲੀ ਇਹ ਟਿੱਕੀਆਂ ਸੋਚਦੇ ਆ, ਆਪਣੀਆਂ ਟਿੱਕੀਆਂ ਸੇਕਦੇ ਆ। ਜੇ ਇੱਕ ਪਾਸੇ ਆ ਜਾਣ ਸਾਰੇ ਕਿਹੜੀ ਕੰਮ ਨਹੀਂ ਹੁੰਦਾ। ਇਹ ਸਾਡੇ ਨਾਲ ਕੁਝ ਗੱਲ ਕਰ ਜਾਂਦੇ ਤੇ ਮੋਦੀ ਸਾਹਿਬ ਨੂੰ ਕੁਝ ਕਰਦਾ ਦੱਸ ਦਿੰਦੇ ਨੇ, ਉਹਨੂੰ ਪਿਆਰ ਦੇ ਨੇ ਤਗੜਾ ਹੋ। ਕੈਪਟਨ ਸਾਹਿਬ ਨੇ ਵੀ ਕੱਲ ਦਿੱਲੀ 'ਚ ਜਾ ਕੇ ਡੇਰਾ ਲਾਇਆ। ਲੱਗਦਾ ਕੋਈ ਇਹ ਐਵੇਂ ਭੁਲੇਖਾ ਹੀ ਹੈ, ਇਹ ਭੁਲੇਖਾ ਹੀ ਹੈ। ਜੇ ਕੈਪਟਨ ਸਾਹਿਬ ਇਹ ਕਹੇ ਤੇ ਪੈਂਆਂ ਟੱਕਾਂ ਮਾਇਆ ਦੇ ਕਰਕੇ ਤੇ ਕੱਲ ਮਾਏ ਇੰਦਰਾ ਗਾਂਧੀ ਨੂੰ ਉੱਥੇ ਘੱਲੀ ਜਾ ਪੈ ਜਾਣਾ। ਇਹ ਭੁਲੇਖਾ ਹੈ। ਕੈਪਟਨ ਸਾਹਿਬ ਵੀ ਬੰਦਾ, ਅਸੀਂ ਨਹੀਂ ਬੰਦਾ ਸਮਝਦੇ। ਸੋ ਬਜ਼ੁਰਗ ਨੇ ਤਜਰਬਾ ਸਾਂਝਾ ਕਰ ਰਹੇ ਨੇ। ਇਸ ਵਾਰ ਕਹਿੰਦੇ ਕਿ ਨਵਾਂ ਇਸ ਲਈ ਹੈ ਕਿ ਨੌਜਵਾਨੀ ਦਾ ਸਾਥ ਮਿਲਿਆ, ਇੱਕ ਚੰਗੀ ਗੱਲ ਹੈ। ਕਹਿੰਦੇ ਕਿ ਸੰਘਰਸ਼ ਤਾਂ ਪਿਛਲੇ ਲੰਬੇ ਸਮੇਂ ਤੋਂ ਹੁੰਦੇ ਆ ਰਹੇ ਆ, ਤਾਂ ਅੱਗੇ ਵੀ ਚੱਲਦੇ ਆ ਤੇ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ। ਤਾਂ ਲੰਗਰ ਚੱਲ ਰਹੇ ਨੇ। ਲੰਗਰ ਕਹਿੰਦੇ ਕਿ ਕਿਸੇ ਵੀ ਧਰਨੇ ਨੂੰ, ਕਿਸੇ ਵੀ ਸੰਘਰਸ਼ ਨੂੰ ਸਫਲ ਕਰਨਾ ਹੋਵੇ ਤਾਂ ਚਾਹ ਪਾਣੀ ਲੰਗਰ ਨੂੰ ਚੱਲਦੇ ਰੱਖੋ, ਤਾਂ ਕਦੀ ਵੀ ਤੁਹਾਡੇ ਸੰਘਰਸ਼ ਜਾਂ ਧਰਨੇ ਜਿਹੜੇ ਆ ਉਹ ਫੇਲ ਨਹੀਂ ਹੋਣਗੇ। ਤਾਂ ਇਹ ਦੇਖੋ ਕਿ ਨੌਜਵਾਨ ਕਿਸਾਨੀ ਦੇ ਹੱਕ ਦੇ ਵਿੱਚ ਖੜੇ ਨੇ। ਕਿਸਾਨਾਂ ਦੇ ਹੱਕ ਦੇ ਵਿੱਚ ਨੌਜਵਾਨ ਹੈ।
ਕਿਉਂਕਿ ਬਜ਼ੁਰਗ ਕਹਿੰਦੇ ਨੇ ਕਿ ਜੇ ਨੌਜਵਾਨੀ ਨਾਲ ਹੈ ਤਾਂ ਸਾਨੂੰ ਬਹੁਤ ਹੌਸਲਾ। ਬਾਈ ਜੀ ਮੈਂ ਬਜ਼ੁਰਗਾਂ ਨਾਲ ਗੱਲ ਕਰਦਾ ਸੀ, ਕਹਿੰਦੇ ਸਾਨੂੰ ਦੁੱਗਣਾ ਹੌਸਲਾ ਮਿਲ ਗਿਆ, ਨੌਜਵਾਨ ਸਾਡੇ ਨਾਲ ਖੜਾ ਆ। ਬਿਲਕੁਲ ਜੀ, ਬਿਲਕੁਲ ਭਾਜੀ, ਅਸੀਂ ਨੌਜਵਾਨ ਸਾਰੇ ਜਿੰਨੇ ਮੇਰੇ ਵੀਰ ਆ ਅਸੀਂ ਸਾਰੇ ਸਾਡੇ ਬਜ਼ੁਰਗਾਂ ਦੇ ਨਾਲ ਆ। ਜਿੱਤੇ ਵੀ ਸਾਨੂੰ ਕਹਿਣਗੇ ਅਸੀਂ ਉਸੇ ਜਗ੍ਹਾ ਉਹਨਾਂ ਦੇ ਨਾਲ, ਮੇਰੇ ਮੇਰੇ ਭਰਾ ਸਾਰੇ ਉਹਨਾਂ ਨਾਲ ਖੜੇ। ਕਿੱਥੋਂ ਆਏ ਹੋ? ਅਸੀਂ ਭਾਜੀ ਬੜੇ ਪਿੰਡ ਤੋਂ ਆ। ਪਿੰਡ ਤੋਂ ਆਏ ਹੋ ਤੁਸੀਂ, ਤੇ ਕਿੰਨੇ ਮੁੰਡੇ ਆਏ ਸਾਰੇ? ਅਸੀਂ ਭਾਜੀ ਮੇਰੇ ਸਾਰੇ ਵੀਰ ਸਾਈ ਨਾਲ ਆ। ਹਾਂਜੀ, ਆਮ ਤੌਰ ਤੇ ਤਾਂ ਕਹਿੰਦੇ ਪਿੰਡਾਂ ਦੇ ਵਿੱਚ ਪੰਚ ਸਰਪੰਚ ਜਾਂ ਲੀਡਰ ਹੋਕਾ ਲਾ ਦਿੰਦੇ ਆ ਕਿ ਤੁਸੀਂ ਆਓ ਗੱਡੀਆਂ ਭਰ ਕੇ, ਏਦਾਂ ਦੀ ਤਾਂ ਨਹੀਂ ਕੋਈ ਗੱਲ ਹੋਈ? ਆਪ ਚੱਲ ਕੇ ਆਏ ਹੋ ਸਾਰੇ? ਨਹੀਂ ਬਿਲਕੁਲ ਭਾਜੀ, ਅਸੀਂ ਆਪ ਚੱਲ ਕੇ ਆਏ ਆ, ਕਿਉਂਕਿ ਅਸੀਂ ਚਾਹੁੰਦੇ ਆ ਕਿ ਅਸੀਂ ਵੀ ਸਾਡੇ ਵੀਰਾਂ ਦਾ, ਸਾਡੇ ਭਰਾਵਾਂ ਦਾ ਸਾਰਿਆਂ ਦਾ ਸਾਥ ਦਈਏ। ਜਿੰਨਾ ਅਸੀਂ ਕਰਾਂਗੇ ਵੱਧ ਤੋਂ ਵੱਧ ਉਹਨਾਂ ਦੇ ਨਾਲ ਖੜੇ ਆ। ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਤੁਸੀਂ ਨਾਲ ਹੋ, ਜੋ ਮਰਜ਼ੀ ਹੋ ਜੇ, ਜਿੱਥੋਂ ਤੱਕ ਮਰਜ਼ੀ ਜਾਣਾ ਪਏ। ਬਿਲਕੁਲ ਭਾਜੀ, ਅਸੀਂ ਨਾਲ ਆ। 26-27 ਤਰੀਕ ਨੂੰ ਦਿੱਲੀ ਵੀ ਜਾਣਾ, ਜਾਓਗੇ ਨਾਲ? ਭਾਜੀ ਜਿੱਥੇ ਸਾਡੇ ਵੀਰ ਸਾਡੇ ਭਰਾ ਸਾਨੂੰ ਜਾਣ ਨੂੰ ਕਹਿਣਗੇ ਅਸੀਂ ਇਹਨਾਂ ਦੇ ਨਾਲ ਉੱਥੇ ਕੰਧੇ ਨਾਲ ਕੰਧਾ ਲਾ ਕੇ ਜਾਵਾਂਗੇ। ਧੰਨਵਾਦ। ਤੁਸੀਂ ਛਕੋ ਲੰਗਰ। ਤਾਂ ਇਹ ਨੌਜਵਾਨ ਕਹਿੰਦੇ ਨੇ ਕਿ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ। ਤਾਂ ਐਮਐਲਏ ਪ੍ਰਗਟ ਸਿੰਘ ਹੋਣੀ ਪਹੁੰਚ ਗਏ ਨੇ। ਐਮਐਲਏ ਪ੍ਰਗਟ ਸਿੰਘ ਹੋਣੀ ਗੱਲਬਾਤ ਕਰਦੇ, ਕਿਉਂਕਿ ਕੱਲ ਇਹ ਦਿੱਲੀ ਦੇ ਵਿੱਚ ਗਏ ਨੇ, ਇਹਨਾਂ ਨੇ ਵੀ ਉੱਥੇ ਜਾ ਕੇ ਧਰਨਾ ਦਿੱਤਾ। ਕੱਲ ਦਾ ਤਜਰਬਾ ਕਿਵੇਂ ਦਾ ਰਿਹਾ ਜੀ ਦਿੱਲੀ ਦੇ ਵਿੱਚ ਤੁਹਾਡਾ? ਦੇਖੋ, ਇਹ ਤਾਂ ਸਿੰਬੋਲਿਕ ਧਰਨਾ ਸੀ, ਉੱਥੇ ਆਵਾਜ਼ ਪਹੁੰਚਾਉਣ ਵਾਲੀ ਗੱਲ ਹੈਗੀ ਆ, ਔਰ ਦਿੱਲੀ 'ਚ ਆਵਾਜ਼ ਤਾਂ ਬੜੀ ਕਲੀਅਰ ਕੱਟ ਗਈ ਆ। ਦੇਖੋ, ਡੈਮੋਕ੍ਰੇਸੀ ਦੇ ਵਿੱਚ ਹਮੇਸ਼ਾ ਕਿਸੇ ਚੀਜ਼ ਦੇ ਦਰਵਾਜ਼ੇ ਨਹੀਂ ਬੰਦ ਕਰਨੇ ਚਾਹੀਦੇ, ਔਰ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜਾ ਗੱਲਬਾਤ ਕਰਕੇ ਮਸਲਾ ਹੱਲ ਹੋ ਸਕਦਾ ਉਹ ਕਨਫਰੰਟੇਸ਼ਨ ਨਾਲ ਨਹੀਂ ਹੋ ਸਕਦਾ। ਕਹਿੰਦੇ ਕਿ 1 ਘੰਟੇ ਦੇ ਵਿੱਚ ਸਾਰਾ ਧਰਨਾ ਖਤਮ ਹੋ ਗਿਆ, ਭਾਸ਼ਣਬਾਜ਼ੀ ਹੋ ਗਈ, ਉਹਦਾ ਫਾਇਦਾ ਲੱਗਦਾ ਹੈ ਕਿ ਕੇਂਦਰ ਤੱਕ ਪਹੁੰਚੂਗੀ ਕੋਈ ਗੱਲ? ਤਾਂ ਆਵਾਜ਼ ਪਹੁੰਚਾਉਣ ਦੀ ਹੈ ਨਾ, ਵੀ ਉੱਥੇ ਸਿਰਫ ਘੰਟੇ ਦੀ ਜਾਂ 2 ਘੰਟਿਆਂ ਦੀ ਗੱਲ ਨਹੀਂ ਹੈ। ਗੱਲ ਤਾਂ ਇਹ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਇਹ ਇੱਕ ਸ਼ੋਅ ਕਰਨਾ ਹੁੰਦਾ ਵੀ ਪੰਜਾਬ ਸਾਰਾ ਜਿਹੜਾ ਆ ਉਹ ਇਹਦੇ ਲਈ ਇਕੱਠਾ ਹੈ। ਕਿਸਾਨ ਕਹਿੰਦੇ ਕਿ ਹੁਣ 26-27 ਤਰੀਕ ਨੂੰ ਅਸੀਂ ਦਿੱਲੀ ਜਾ ਘੇਰਾਂਗੇ। ਉੱਥੇ ਤਾਂ ਕਹਿੰਦੇ ਕੱਲ ਸਿੱਧੂ ਸਾਹਿਬ ਨੂੰ ਵੀ ਰੋਕ ਲਿਆ, ਰਾਜਾ ਵੜਿੰਗ ਨੂੰ ਰੋਕ ਲਿਆ, ਕਿਤੇ ਇਹਨਾਂ ਨੂੰ ਵੀ ਰੋਕ ਲੈਣਗੇ ਫਿਰ ਤੱਕ, ਜਾਂ ਇਹ ਕਿਸਾਨੀ ਦਿੱਲੀ ਤੱਕ ਪਹੁੰਚ ਜੂਗੀ? ਵਾਕਈ ਲੱਗਦਾ ਤੁਹਾਨੂੰ? ਦੇਖੋ, ਇਹ ਆਪ ਵਾਲੇ ਕਈ ਵਾਰੀ ਰੌਲਾ ਰੂਲਾ ਤਾਂ ਬਹੁਤ ਪਾਉਂਦੇ ਆ, ਤੇ ਕੇਜਰੀਵਾਲ ਨੂੰ ਮੇਰਾ ਖਿਆਲ ਆ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਗੱਲ ਤਾਂ ਕਨਵੇ ਕਰਨ ਦੀ ਆ, ਕਨਫਰੰਟੇਸ਼ਨ ਦੀ ਵਿੱਚੋਂ ਨਹੀਂ ਕੁਝ ਨਿਕਲਦਾ। ਮੈਂ ਇਸ ਗੱਲ ਨੂੰ ਸਮਝਦਾ, ਬਟ ਐਟ ਦਾ ਸੇਮ ਟਾਈਮ ਸਾਨੂੰ ਉੱਥੇ ਜਾ ਕੇ ਰਜਿਸਟਰਡ ਤਾਂ ਕਰਨਾ ਚਾਹੀਦਾ, ਔਰ ਮੇਰਾ ਖਿਆਲ ਆ ਵੀ ਜਦੋਂ ਇਹ ਰਜਿਸਟਰਡ ਕਰਨਗੇ, ਦੇਖੋ ਐਂਡ ਆਫ ਦਾ ਡੇ ਨੁਕਸਾਨ ਪੰਜਾਬ ਦਾ ਵੀ ਹੈਗਾ ਤੇ ਨੁਕਸਾਨ ਹਿੰਦੁਸਤਾਨ ਦਾ ਵੀ ਹੈਗਾ, ਤੇ ਸਾਨੂੰ ਉਹਦੇ ਵਿੱਚੋਂ ਗੱਲ ਸੁਣ ਕੇ, ਡੈਮੋਕ੍ਰੇਸੀ ਇਸੇ ਕਰਕੇ ਹੁੰਦੀ ਹੈ ਨਾ ਕਿ ਆਪਾਂ ਗੱਲਬਾਤ ਤੋਂ ਰਾਹ ਕੱਢ ਲਈ। ਕਿਸਾਨਾਂ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਤੁਹਾਡਾ ਤਜਰਬਾ ਕੀ ਕਹਿੰਦਾ, ਕਿਉਂਕਿ ਉਹਨਾਂ ਦਾ ਤਜਰਬਾ ਜ਼ਿਆਦਾ ਆ, ਕਾਫੀ ਵੱਡੀ ਉਮਰ ਦੇ ਇੱਥੇ ਬੈਠੇ ਨੇ ਕਿਸਾਨ। ਉਹ ਕਹਿੰਦੇ ਕਿ ਸਿਆਸੀ ਪਾਰਟੀਆਂ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ, ਸਾਡੇ ਬਾਰੇ ਕੋਈ ਗੱਲ ਨਹੀਂ ਕਰ ਰਹੇ। ਅੱਜ ਤਾਂ ਫਿਰ ਤੁਸੀਂ ਧਰਨੇ 'ਚ ਆਏ ਹੋ, ਕਿ ਵਾਕਈ ਲੱਗਦਾ, ਕਿਉਂਕਿ ਤੁਸੀਂ ਤਾਂ ਪਾਰਟੀ ਬਾਜੀ ਤੋਂ ਉੱਠ ਕੇ ਵੀ ਕਈ ਵਾਰੀ ਗੱਲ ਕਰਦੇ ਹੋ, ਸਿਆਸੀ ਰੋਟੀਆਂ ਤਾਂ ਨਹੀਂ ਸੇਕ ਰਹੇ ਸਿਆਸਤਦਾਨ ਇਹਨਾਂ ਦੇ ਉੱਤੇ? ਦੇਖੋ, ਮੈਨੂੰ ਐ ਲੱਗਦਾ ਪਰਸਨਲੀ, ਮੈਂ ਜਦੋਂ ਸ਼ੁਰੂਆਤ ਹੋਈ ਸੀ ਉਦੋਂ ਵੀ ਮੈਂ ਧਰਨੇ 'ਚ ਬੈਠਾ ਸੀਗਾ, ਅੱਜ ਵੀ ਮੈਂ ਧਰਨੇ 'ਚ ਬਹਿਣ ਆਇਆ, ਨਾ ਕੋਈ ਮੈਂ ਬਿਆਨਬਾਜ਼ੀ ਨਹੀਂ ਕਰਨ ਆਇਆ ਇੱਥੇ। ਗੱਲ ਤਾਂ ਇਹ ਹੈ ਕਿ ਗੱਲ ਸਾਨੂੰ, ਅਸੀਂ ਜਿੱਥੇ ਜਿੱਥੇ ਜੋ ਕਰ ਸਕਦੇ ਹਾਂ। ਦੇਖੋ, ਜਿਹੜਾ ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਏ ਹੈਗੇ ਬਿੱਲ, ਉਹ ਸੁਪਰਸੀਡ ਨਹੀਂ ਕਰ ਸਕਦੇ, ਟੈਕਨੀਕਲੀ ਵੀ ਨਹੀਂ ਕਰ ਸਕਦੇ, ਲੀਗਲੀ ਵੀ ਨਹੀਂ ਕਰ ਸਕਦੇ, ਕਨਸਟੀਟਿਊਸ਼ਨਲੀ ਵੀ ਨਹੀਂ ਕਰ ਸਕਦੇ, ਲੇਕਿਨ ਉੱਥੇ ਵੀ ਇੱਕ ਮੈਸੇਜ ਇਹ ਜਾਣ ਦੇਣ ਦੀ ਗੱਲ ਹੈਗੀ ਆ ਵੀ ਅਸੀਂ ਪੰਜਾਬ ਦੇ ਲੋਕ ਇਸ ਕੰਮ ਲਈ ਸਾਰੇ ਇਕੱਠੇ ਆ, ਔਰ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਇਕੱਠੇ। ਧੰਨਵਾਦ। ਸੋ ਸਿਆਸਤਦਾਨਾਂ ਦੀਆਂ ਵੀ ਪੱਗਾਂ ਦੇ ਹਰੇ ਰੰਗ ਹੋ ਚੁੱਕੇ ਨੇ, ਤੁਸੀਂ ਦੇਖ ਸਕਦੇ ਹੋ। ਪ੍ਰਗਟ ਸਿੰਘ ਹੋਣੀ ਐਮਐਲਏ ਅੱਜ ਕਿਸਾਨਾਂ ਦੇ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ, ਕਿਉਂਕਿ ਕਿਹਾ ਜਾ ਰਿਹਾ ਕਿ ਕਿਸਾਨ ਆਪਣੇ ਹੱਕਾਂ ਦੇ ਲਈ ਇੱਥੇ ਬੈਠੇ ਨੇ। ਕੇਂਦਰ ਸਰਕਾਰ ਦੇ ਵੱਲੋਂ ਜੋ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਵਾਉਣ ਦੇ ਲਈ ਇੱਥੇ ਪਹੁੰਚੇ ਨੇ। ਸੋ ਇਹ ਇਸ ਵੇਲੇ ਅਸੀਂ ਫਗਵਾੜਾ ਦਾ ਚੌਂਕ ਤੁਹਾਨੂੰ ਦਿਖਾ ਰਹੇ ਹਾਂ ਕਿ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ, ਰੂਟ ਨੂੰ ਪਹਿਲਾਂ ਡਾਇਵਰਟ ਕੀਤਾ ਗਿਆ ਸੀ, ਪਰ ਕਿਸਾਨ ਕਹਿੰਦੇ ਕਿ ਅਸੀਂ ਮੁਕੰਮਲ ਤੌਰ ਦੇ ਉੱਪਰ ਚੱਕਾ ਜਾਮ ਕਰਨਾ ਆ। ਤਾਂ ਇਹ ਕਿਸਾਨਾਂ ਨੇ ਪੁਲਿਸ ਦੇ ਵੱਲੋਂ ਬੈਰੀਕੇਡਿੰਗ ਕੀਤੀ ਗਈ ਆ, ਗੱਡੀਆਂ ਖਿਲਾਰ ਕੇ, ਤਾਂ ਇੱਥੇ ਇਹ ਰੋਡ ਨੂੰ ਜਾਮ ਕੀਤਾ ਗਿਆ ਆ। ਇਧਰਲੇ ਪਾਸੇ ਲੁਧਿਆਣਾ ਆ, ਗੁਰਾਇਆ ਆ, ਉਧਰਲੇ ਪਾਸੇ ਲਾਡੋ ਵਾਲੀ ਟੋਲ ਪਲਾਜ਼ਾ ਦੇ ਉੱਪਰ ਵੀ ਕਿਸਾਨ ਬੈਠੇ ਹੋਏ ਨੇ, ਤਾਂ ਕਿਸਾਨਾਂ ਨੇ ਉਧਰੋਂ ਵੀ ਬੰਦ ਕੀਤਾ ਹੋਇਆ ਆ। ਤੇ ਪਰ ਇਧਰਲੇ ਪਾਸੇ ਦੇਖੋ ਕਿ ਕਿਸਾਨ ਜ਼ਿੰਦਾ ਦਿਲੀ ਦੇ ਨਾਲ ਲੰਗਰ ਵਰਤਾ ਰਹੇ ਨੇ, ਕਿਉਂਕਿ ਕਿਸੇ ਵੀ ਸੰਘਰਸ਼ ਨੂੰ ਜਾਂ ਕਿਸੇ ਵੀ ਧਰਨੇ ਨੂੰ ਸਫਲ ਕਰਨਾ ਤਾਂ ਲੰਗਰ ਬਹੁਤ ਜ਼ਰੂਰੀ ਹੈ। ਬਾਈ ਜੀ ਕਹਿੰਦੇ ਕਿ ਲੰਗਰ ਦੇ ਬਿਨਾਂ ਗੱਲ ਨਹੀਂ ਬਣਨੀ, ਤਾਂ ਕਿਹੜੀ ਕਿਹੜੀ ਚੀਜ਼ ਦਾ ਲੰਗਰ ਲਾਇਆ ਅੱਜ? ਇਹ ਲੰਗਰ ਕੜੀ ਚੌਲ ਦਾ ਲੰਗਰ ਹੈ ਜੀ, ਪਿੰਡ ਚੇੜੂ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਇਹ ਜੇ ਲੰਗਰ ਚੱਲ ਰਿਹਾ ਹੈ।
ਤੇ ਜੋ ਸਰਕਾਰ ਦੇ ਕਾਲੇ ਕਾਨੂੰਨ ਹੈ ਨਾ, ਇਹ ਲੰਗਰ ਤਾਂ ਹੈ ਹੀ ਇੱਕ ਪਾਸੇ, ਇਹਨਾਂ ਦਾ ਜਿੱਦਾਂ ਪੰਜਾਬੀ ਵਿੱਚ ਕਹਿ ਦਈਏ ਕੋੜਾ ਬੱਟਾ ਵੀ ਕਹਿ ਸਕਦੇ ਅਸੀਂ ਇਹਨੂੰ। ਇਹ ਮਾੜੀਆਂ ਸਰਕਾਰਾਂ ਦਾ ਕਰਕੇ ਇਹ ਜਿਹੜਾ ਸਾਨੂੰ ਰਾਹਾਂ ਦੇ ਉੱਤੇ ਇਹ ਲੰਗਰ ਗੁਰੂ ਘਰ ਹੀ ਸੋਹਣਾ ਲੱਗਦਾ। ਇਹ ਅੱਜ ਮਾੜਾ ਟਾਈਮ ਸੀਗਾ, ਸਰਕਾਰਾਂ ਮਾੜੀਆਂ ਕਰਕੇ ਸਾਨੂੰ ਲੰਗਰ ਵੀ ਗੁਰੂ ਕੇ ਰੋਡਾਂ ਦੇ ਉੱਤੇ ਲਿਆਉਣੇ ਪਏ ਆ। ਸੰਗਤ ਗੁਰੂ ਕੀ, ਇਹ ਲੰਗਰ ਗੁਰੂ ਕਾ ਹੈ, ਛਕਾ ਰਹੀ ਹੈ ਚਹੇੜੂ ਦੀ ਸਮੁੱਚੀ ਸੰਗਤ ਹੈ। ਕਿਹੜੇ ਪਿੰਡ ਵੱਲੋਂ ਸੇਵਾ ਆ? ਚਹੇੜੂ ਪਿੰਡ ਤੋਂ ਜੀ, ਢੇੜੂ ਪਿੰਡ ਦੇ ਇਹ ਸਾਰੇ ਨੌਜਵਾਨ ਜਿਹੜੇ ਚਹੇੜੂ ਦੇ ਨੌਜਵਾਨ ਸਭਾ। ਹਾਂਜੀ ਹਾਂਜੀ ਹਾਂਜੀ, ਪਿੰਡ ਵਾਸੀਆਂ ਨੇ ਸੇਵਾ ਕੀਤੀ ਹੈ। ਪਿੰਡ ਵਾਸੀਆਂ ਨੇ ਸੇਵਾ ਕੀਤੀ ਆ। ਇਹ ਖਾਸੀਅਤ ਹੈ, ਇਹ ਧਰਨੇ ਦੀ ਖਾਸੀਅਤ ਆ। ਸੋ ਇਹ ਲੰਗਰ ਚੱਲ ਰਹੇ ਨੇ ਕਿਉਂਕਿ ਬਾਬੇ ਨਾਨਕ ਦੇ ਵੱਲੋਂ ਜੋ ਚਲਾਏ ਲੰਗਰ ਅਜੇ ਤੱਕ ਚੱਲ ਰਹੇ ਨੇ। ਕਿਸਾਨੀ ਸੰਘਰਸ਼ ਦੇ ਵਿੱਚ ਲੰਗਰ ਅਟੁੱਟ ਵਰਤ ਰਹੇ ਨੇ। ਕੜੀ ਚੌਲ ਦਾ ਲੰਗਰ ਲੱਗਾ ਹੋਇਆ ਆ। ਤਾਂ ਬਜ਼ੁਰਗੋ ਕੀ ਲੱਗਦਾ, ਤਜਰਬੇ ਦੇ ਹਿਸਾਬ ਨਾਲ ਉਮਰ ਤੁਹਾਡੀ ਕਾਫੀ ਆ, ਕੀ ਲੱਗਦਾ ਵੀ ਇਹ ਧਰਨਾ ਜਾਂ ਇਹ ਸੰਘਰਸ਼ ਕਿੱਥੋਂ ਤੱਕ ਜਾਊਗਾ ਜੀ? ਇਹ ਤਾਂ ਕਾਫੀ ਲੰਬਾ ਚੱਲ ਸਕਦਾ ਸੰਘਰਸ਼। ਇਹਦਾ ਟਾਈਮ ਹੀ ਦੱਸੂਗਾ ਕਿ ਜੋ ਗਵਰਨਮੈਂਟ ਦੀ ਨੀਤੀ ਆ ਉਸ ਹਿਸਾਬ ਨਾਲ ਦੇਖੋ ਕਿੰਨਾ ਟਾਈਮ ਲੱਗਦਾ। ਕੈਪਟਨ ਸਾਹਿਬ ਕਹਿੰਦੇ ਕਿ ਆਪਣੀ ਬਾਰਡਰ ਸਟੇਟ ਆ, ਗੜਬੜੀ ਹੋ ਸਕਦੀ ਆ, ਪਾਕਿਸਤਾਨ ਵਾਲੇ ਕੋਈ ਇੱਧਰ ਹੱਲਾ ਗੁੱਲਾ ਕਰ ਸਕਦੇ। ਇਹ ਬਹਾਨੇਬਾਜ਼ੀ ਆ। ਗੜਬੜੀ ਪਾਕਿਸਤਾਨ ਵਾਲੇ ਕਿਹੜੇ ਪੰਜਾਬੀਆਂ ਨੂੰ ਭੁੱਲੇ ਆ ਕਿ ਜਿਹੜੇ ਪਾਕਿਸਤਾਨ ਵਾਲੇ ਗੜਬੜੀ ਕਰਨਗੇ? ਪਾਕਿਸਤਾਨ ਪੰਜਾਬ ਵਾਲੇ ਗੜਬੜੀ ਨਹੀਂ ਕਰਦੇ, ਗੜਬੜੀ ਇਹਨਾਂ ਨੇ ਕਰਵਾਉਣੀ ਹੈ। ਗੜਬੜੀ ਤਾਂ ਆਪ ਕਰਾਉਣੀ ਆ, ਇਹ ਤਾਂ ਮੁੱਦਾ ਬਣਾ ਲੈਣਾ। ਇਹਨਾਂ ਦਾ ਮੁੱਦਾ ਆ, ਮੁੱਦੇ ਬਣਾਉਣਗੇ, ਬਾਕੀ ਗੜਬੜੀ ਨਹੀਂ ਕੋਈ ਇਦਾਂ ਦੀ। ਕਿਸਾਨ ਅੰਦੋਲਨ ਦੇ ਵਿੱਚ ਕੋਈ ਵੀ ਗੜਬੜੀ ਨਹੀਂ ਕਰਨੀ ਚਾਹੁੰਦਾ। ਗੱਲ ਹੈ ਕਿਉਂਕਿ ਕੱਲ ਬਿਆਨਬਾਜ਼ੀ ਹੋ ਰਹੀ, ਦਿੱਲੀ ਗਏ ਕੈਪਟਨ ਸਾਹਿਬ, ਕਹਿੰਦੇ ਕਿ ਉੱਥੇ ਇਹ ਵੀ ਚੀਜ਼ਾਂ ਹੋ ਸਕਦੀਆਂ ਨੇ, ਕੇਂਦਰ ਨੂੰ ਸਮਝਣਾ ਚਾਹੀਦਾ। ਕਿਉਂ ਬਾਰਡਰ ਤਾਂ ਜ਼ਿਆਦਾ ਨੇੜਾ ਨੇ, 120 ਕਿਲੋਮੀਟਰ ਆ, ਜ਼ਿਆਦਾ ਦੂਰ ਨਹੀਂ। ਦਿੱਲੀ ਕਿੰਨਾ ਆ? ਗੜਬੜੀ ਦਿੱਲੀ ਹੋਣੀ ਜੇ ਹੋਈ ਤਾਂ ਗੜਬੜੀ ਦਿੱਲੀ ਹੋਗੀ ਜੇ ਹੋਈ। ਦਿੱਲੀ ਹੋਊਗੀ। ਧੰਨਵਾਦ। ਸੋ ਇਹ ਦੇਖੋ ਕਿ ਆਪੋ ਆਪਣੇ ਜ਼ਿੰਦਗੀ ਦੇ ਤਜਰਬੇ ਨੇ, ਤਾਂ ਲੰਗਰ ਵਰਤਾਏ ਜਾ ਰਹੇ ਨੇ। ਨੌਜਵਾਨ ਵੀ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ। ਵਿਧਾਇਕ ਪ੍ਰਗਟ ਸਿੰਘ ਹੁਣੀ ਵੀ ਪਹੁੰਚ ਗਏ ਨੇ। ਸੋ ਇਹ ਦੇਖੋ ਤਸਵੀਰਾਂ ਕਿ 4 ਘੰਟੇ ਦੇ ਲਈ ਅੱਜ ਮੁਕੰਮਲ ਦੇਸ਼ ਭਰ ਦੇ ਵਿੱਚ ਚੱਕਾ ਜਾਮ ਕੀਤਾ ਜਾਣਾ ਆ। ਤਾਂ ਇਹ ਫਗਵਾੜੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਕਿ ਜਿੱਥੇ ਨੌਜਵਾਨ, ਬਜ਼ੁਰਗ ਅਤੇ ਬੱਚੇ ਵੀ ਇੱਥੇ ਮੌਜੂਦ ਆ। ਬੱਚੇ ਤੱਕ ਜਾਗਰੂਕ ਨੇ, ਕਹਿੰਦੇ ਨੇ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਹਟਾਂਗੇ। ਸੋ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ। ਸੋ ਪੰਜਾਬੀਆਂ ਨੇ ਖਾਣ ਪੀਣ ਦਾ ਪਹਿਲਾਂ ਧਿਆਨ ਰੱਖਦੇ ਨੇ। ਸੰਘਰਸ਼ ਚਾਹੇ ਕਹਿੰਦੇ ਨੇ ਕਿ ਜਿੰਨਾ ਮਰਜ਼ੀ ਵੱਡਾ ਹੋ ਜਾਏ, ਜਿੱਥੋਂ ਤੱਕ ਮਰਜ਼ੀ ਚਲਿਆ ਜਾਵੇ, ਅਸੀਂ ਕਿਸਾਨਾਂ ਦੇ ਨਾਲ ਖੜਾਂਗੇ। ਸੋ ਇਹ ਦੇਖੋ ਕਿ ਇਹ ਤਸਵੀਰਾਂ ਵੀ ਬਹੁਤ ਲਾਜ਼ਮੀ ਆ। 4 ਘੰਟੇ ਦੇ ਲਈ ਐਂਬੂਲੈਂਸ ਨੂੰ ਲੰਘਣ ਲਈ ਰਸਤਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਵੱਲੋਂ ਪਹਿਲਾਂ ਵੀ ਕਿਹਾ ਜਾ ਗਿਆ ਕਿ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੰਘਣ ਦੇਾਂਗੇ। ਸੋ ਇੱਕ ਤਸਵੀਰ ਦੇਖੋ ਕਿ ਜਿਹੜੇ ਮਜ਼ਦੂਰ ਨੇ, ਇਹ ਤਸਵੀਰ ਦੇਖੋ ਕਿ ਮਜ਼ਦੂਰ ਨੇ, ਜਿਹੜੇ ਪ੍ਰਵਾਸੀ ਮਜ਼ਦੂਰ ਭਾਈਚਾਰਾ ਜਿਹੜਾ ਆ, ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ। ਤਾਂ ਇਹ ਵੀ ਕਿਉਂਕਿ ਕਿਸਾਨੀ ਕਰਦੇ ਨੇ। ਤਾਂ ਗੱਲਬਾਤ ਕਰਦੇ ਆ। ਬਾਈ ਜੀ ਕਿੱਥੋਂ ਆਏ ਤੁਸੀਂ? ਹਾਂਜੀ, ਕਿੱਥੋਂ ਆਏ ਹੋ ਤੁਸੀਂ? बिहार से। ਅੱਛਾ, ਤੁਸੀਂ ਬਿਹਾਰ ਦੇ ਵਿੱਚ ਵੀ ਕਿਸਾਨੀ ਕਰਦੇ, ਇੱਥੇ ਕੀ ਕਰਦੇ ਹੋ? मजदूरी मंडी में। ਕਿਹੜੀ ਮੰਡੀ 'ਚ? कौन सी? ਸੋ ਇਹ ਦੇਖੋ ਕਿ ਇੱਕ ਪੋਜ਼ਿਟਿਵ ਚੀਜ਼ ਹੈ ਕਿ ਇਹ ਪ੍ਰਵਾਸੀ ਮਜ਼ਦੂਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਨੇ। ਇਹ ਬਿਹਾਰ 'ਚ ਵੀ ਮਜ਼ਦੂਰੀ ਕਰਦੇ ਹੋ ਤੁਸੀਂ? हाँ जी, ਉੱਥੇ ਖੇਤੀਬਾੜੀ ਕਰਦੇ ਹੋ ਤੁਸੀਂ? हाँ जी। ਤੁਹਾਨੂੰ ਪਤਾ ਇਹ ਜਿਹੜੇ ਬਿੱਲ ਪਾਸ ਹੋਏ ਤੁਹਾਡੇ ਤਾਂ ਕਹਿੰਦੇ ਉੱਥੇ ਪਹਿਲਾਂ ਹੀ ਪਾਸ ਹੋਏ ਨੇ। आहो जी। ਠੀਕ ਹੈ, ਸਮਾਂ ਜ਼ਿਆਦਾ ਨਹੀਂ ਲਵਾਂਗੇ। ਸੋ ਇਹ ਦੇਖੋ ਕਿ ਪ੍ਰਵਾਸੀ ਮਜ਼ਦੂਰ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਕਿਉਂਕਿ ਇੱਥੇ ਇਹ ਮਜ਼ਦੂਰੀ ਕਰਦੇ ਨੇ। ਬਿਹਾਰ ਦੇ ਵਿੱਚ ਇਹਨਾਂ ਨੇ ਵੀ ਖੇਤੀਬਾੜੀ ਹੀ ਕਰਨੀ ਹੁੰਦੀ ਹੈ। ਤਾਂ ਪ੍ਰਵਾਸੀ ਮਜ਼ਦੂਰ ਕਿਸਾਨਾਂ ਦੇ, ਤਾਂ ਇੱਕ ਵਧੀਆ ਚੀਜ਼ ਹੈ, ਵਧੀਆ ਤਸਵੀਰ ਹੈ, ਇੱਕ ਪੋਜ਼ਿਟਿਵ ਚੀਜ਼ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨ ਮਜ਼ਦੂਰ ਵੀ ਪਹੁੰਚੇ ਨੇ। ਸੋ ਇਹ ਦੇਖੋ ਕਿ ਫਗਵਾੜਾ ਦੇ ਵਿੱਚ ਕਿਸਾਨਾਂ ਦਾ ਹੱਲਾ ਬੋਲ ਧਰਨਾ ਕਿਸਾਨੀ ਬਚਾਉਣ ਦੇ ਲਈ, ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੋ ਕੇਂਦਰ ਸਰਕਾਰ ਦੇ ਵੱਲੋਂ ਕਾਨੂੰਨ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਨਾ ਪਊਗਾ। ਹਰ ਇੱਕ ਪਾਰਟੀ ਵੀ ਇਹਨਾਂ ਦੇ ਹੱਕ ਦੇ ਵਿੱਚ ਆ, ਪਰ ਕਿਤੇ ਨਾ ਕਿਤੇ ਕਿਸਾਨਾਂ ਨੂੰ ਲੱਗਦਾ ਹੈ ਕਿ 2022 ਨੂੰ ਲੈ ਕੇ ਰਾਜਨੀਤਿਕ ਪਾਰਟੀਆਂ
ਸਿਆਸੀ ਰੋਟੀਆਂ ਸੇਕ ਰਹੀਆਂ ਨੇ। ਇਹ ਦੇਖੋ ਵੈਸੇ ਲੱਗਦਾ ਇਸ ਤਰ੍ਹਾਂ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਹੈ, ਚਾਹੁੰਦਾ ਪ੍ਰੇਮ ਖੇਡਣ ਕਾ ਚਾਓ, ਸਿਰ ਪਰ ਤਲੀ ਗਲੀ ਮੇਰੀ ਆਓ। ਇਹ ਫਗਵਾੜਾ ਦਾ ਸ਼ੂਗਰ ਮਿਲ ਚੌਂਕ ਹੈ, ਜਿੱਥੋਂ ਕਿਸਾਨਾਂ ਨੇ ਅੱਜ ਚੱਕਾ ਜਾਮ ਕੀਤਾ। ਚੱਕਾ ਜਾਮ ਕਰਕੇ ਕਿਸਾਨੀ ਦੇ ਹੱਕ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਇਸ ਇਕੱਠ ਨੂੰ, ਇਸ ਦੇਸ਼ ਭਰ ਦੇ ਵਿੱਚ ਜੋ ਚੱਕਾ ਜਾਮ ਕੀਤਾ ਗਿਆ ਆ, ਉਹਨੂੰ ਹੁੰਗਾਰਾ ਦਿੱਤਾ ਗਿਆ ਆ। ਖਾਸ ਗੱਲ ਇਹ ਹੈ ਕਿ ਇਸ ਧਰਨੇ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਨੌਜਵਾਨ, ਬੀਬੀਆਂ ਵੀ ਮੌਜੂਦ ਨੇ। ਸੋ ਇੱਕ ਖਾਸ ਗੱਲ ਹੈ। ਤੇ ਇੱਕ ਹੋਰ ਤਸਵੀਰ ਤੁਹਾਨੂੰ ਦਿਖਾਈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ ਉਹ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ ਖੜੇ ਨੇ। ਹਰ ਇੱਕ ਵਰਗ ਕਿਸਾਨੀ ਦੇ ਹੱਕ ਦੇ ਵਿੱਚ ਖੜਨ ਨੂੰ ਤਿਆਰ ਹੈ, ਸਿਵਾਏ ਇੱਕ ਪਾਰਟੀ ਤੋਂ। ਬੀਜੇਪੀ ਦੀ ਪਾਰਟੀ ਜਾਂ ਬੀਜੇਪੀ ਦੇ ਵਰਕਰ ਜਿਹੜੇ ਅਹੁਦੇਦਾਰ ਨੇ, ਸਿਰਫ ਉਹੀ ਕਿਸਾਨਾਂ ਦੇ ਹੱਕ ਦੇ ਵਿੱਚ ਨਹੀਂ ਹੈ। ਉਹ ਕਹਿੰਦੇ ਨੇ ਕਿ ਜੋ ਇਹ ਕਾਨੂੰਨ ਬਣਾਏ ਆ ਉਹ ਕਿਸਾਨਾਂ ਦੇ ਆਲਰੇਡੀ ਹੱਕ ਦੇ ਵਿੱਚ ਆ। ਸੋ ਹੁਣ ਦੇਖਦੇ ਆ ਕਿ ਇਸ 4 ਘੰਟੇ ਦਾ ਸੰਘਰਸ਼, 4 ਘੰਟੇ ਦਾ ਚੱਕਾ ਜਾਮ ਕੀ ਕਿਸਾਨਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਂਦਾ ਹੈ ਜਾਂ ਫਿਰ ਨਹੀਂ, ਕਿਉਂਕਿ 26 ਅਤੇ 27 ਤਰੀਕ ਨੂੰ ਵੀ ਇਹਨਾਂ ਸਾਰੇ ਕਿਸਾਨਾਂ ਨੇ ਦਿੱਲੀ ਕੂਚ ਕਰਨੀ ਹੈ। ਦਿੱਲੀ ਜਾ ਕੇ ਉੱਥੇ ਧਰਨੇ ਦੇਣੇ ਹੈ, ਕੇਂਦਰ ਦੇ ਕੰਨਾਂ ਤਾਈਂ ਆਵਾਜ਼ ਪਹੁੰਚਾਉਣ ਲਈ ਕੇਂਦਰ ਦੇ ਕੋਲ ਜਾਣਗੇ, ਦਿੱਲੀ ਪਹੁੰਚਣਗੇ ਇਹ ਕਿਸਾਨ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਫਗਵਾੜਾ।